ਜਿਸੂ ਚੰਦਾ ਉਗਵੈ, ਸੂਰਜ ਚੜੇ ਹਜ਼ਾਰੂ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰੂ। ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਟਲ, ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਰੂਪ ਸਾਧ ਸੰਗਤ ਜੀ ਆਓ। ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਜੋ ਆਪਣੀਆਂ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਬੇਸ਼ੁਮਾਰ ਕੀਮਤੀ ਸਮੇਂ ਕੱਢ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਦੇ ਹਰ ਜਸ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਸਫਲੇ ਬਣਾਉਣ ਦੇ ਯਤਨ ਕਰ ਰਹੇ ਹਾਂ। ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ। ਪਿਆਰ ਸਤਿਕਾਰ ਵਿੱਚ ਭਿੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮਨੁੱਖਾ ਜ਼ਿੰਦਗੀ ਦੇ ਅੰਦਰ ਜਦੋਂ ਸੰਸਾਰ ਦੇ ਅੰਦਰ ਮਨੁੱਖ ਨੇ ਸ਼ਬਦ ਬੋਲਣੇ ਆਰੰਭ ਕੀਤੇ, ਸ਼ਬਦਾਂ ਦੀ ਸਾਂਝ ਪਾਈ ਤੇ ਮਨੁੱਖ ਨੂੰ ਹੌਲੀ ਹੌਲੀ ਪਤਾ ਲੱਗਦਾ ਰਿਹਾ ਕਿ ਸ਼ਬਦ ਦੀ ਕੀ ਕੀਮਤ ਤੇ ਕਦਰ ਹੈ। ਇਹਨੇ ਬਿਨ ਇਸੇ ਤਰ੍ਹਾਂ ਹੀ ਸਾਰਿਆਂ ਧਰਮਾਂ ਦੇ ਆਲੇ ਦੁਆਲੇ ਸ਼ਬਦ ਹੀ ਪਰਿਕਰਮਾ ਕਰਦਾ ਹੈ। ਪਹਿਲਾਂ ਵੀ ਕਰਦਾ ਆਇਆ ਹੈ ਤੇ ਹੁਣ ਵੀ ਕਰਦਾ ਪਿਆ ਹੈ। ਮਨੁੱਖ ਦੁਨੀਆ ਅੰਦਰ ਸ਼ਬਦ ਤੋਂ ਕਦੇ ਨਹੀਂ ਭੱਜ ਸਕਦਾ, ਕਿਉਂਕਿ ਸ਼ਬਦ ਦੇ ਨਾਲ ਹੀ ਰੱਬ ਨੇ, ਪਰਮਾਤਮਾ ਨੇ ਇਹ ਸੰਸਾਰ ਦੀ ਉਤਪਤੀ ਕੀਤੀ, ਇਹ ਸੰਸਾਰ ਨੂੰ ਸਾਜਿਆ। ਸ਼ਬਦ ਹੀ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਇੱਕ ਸਹਾਰਾ ਹੈ ਤੇ ਜਿੰਨਾ ਸਹਾਰਾ ਚੰਗਾ ਹੋਵੇਗਾ ਓਨਾ ਹੀ ਮਨੁੱਖ ਦਾ ਜੀਵਨ ਚੰਗਾ ਹੋਵੇਗਾ। ਇਸ ਸਹਾਰੇ ਨੂੰ ਲੈਣ ਵਾਸਤੇ ਮਨੁੱਖ ਨੇ ਗੁਰੂ ਦੀ ਟੇਕ, ਗੁਰੂ ਦੀ ਸ਼ਰਨ, ਗੁਰੂ ਦਾ ਆਸਰਾ ਤੱਕਿਆ। ਪਿਆਰਿਓ, ਅੱਜ ਆਪਾਂ ਗੱਲ ਕਰਨੀ ਹੈ ਸ਼ਬਦ ਦੀ। ਜਿਵੇਂ ਜਿਵੇਂ ਮਨੁੱਖ ਵੱਡਾ ਹੁੰਦਾ ਗਿਆ, ਜਵਾਨ ਹੁੰਦਾ ਗਿਆ, ਇਹਨੂੰ ਸ਼ਬਦਾਂ ਦੀ ਪਹਿਚਾਨ ਹੁੰਦੀ ਕਿ ਸ਼ਬਦ ਕਿਹੜੇ ਚੰਗੇ ਨੇ ਤੇ ਕਿਹੜੇ ਮਾੜੇ ਨੇ। ਬਚਪਨ ਤੋਂ ਹੀ ਇਹਨੂੰ ਸ਼ਬਦ ਸੁਣਨ ਦੀ ਆਦਤ ਪਈ। ਮਾਂ ਨੇ ਇਹਦੀ ਕੰਨਾਂ ਵਿੱਚ ਜੋ ਸ਼ਬਦ ਪਾਇਆ, ਇਹਨੇ ਵੱਡੇ ਹੋ ਕੇ ਉਹ ਸ਼ਬਦ ਨੂੰ ਬੋਲਣਾ ਆਰੰਭ ਕਰ ਦਿੱਤਾ। ਸਾਇੰਸ ਤਾਂ ਇੱਥੋਂ ਤੱਕ ਵੀ ਮੰਨਦੀ ਹੈ ਕਿ ਜਿਹੜਾ ਬੱਚਾ ਕੁਝ ਸੁਣੇ ਨਾ, ਇੱਕ ਕਮਰੇ 'ਚ ਬੰਦ ਕਰ ਦਿੱਤਾ ਜਾਵੇ, ਕੁਝ ਟਾਈਮ ਬਾਅਦ ਉਹ ਬੱਚੇ ਨੂੰ ਬਾਹਰ ਕੱਢਿਆ ਜਾਵੇ ਤੇ ਉਹ ਕਹਿੰਦੇ ਨੇ ਗੂੰਗਾ ਹੁਣ ਬੋਲਾ ਹੁੰਦਾ ਹੈ, ਕਿਉਂਕਿ ਉਹਨੇ ਕੁਝ ਸੁਣਿਆ ਹੀ ਨਹੀਂ। ਸ਼ਬਦ ਦਾ ਮਨੁੱਖ ਦੀ ਜ਼ਿੰਦਗੀ ਵਿੱਚ ਵਰਤਾਰਾ ਕਿੱਦਾਂ ਦਾ ਵਰਤਿਆ, ਹੁਣ ਮੈਂ ਕਿੱਦਾਂ ਦੇ ਸ਼ਬਦ ਦੀ ਮੰਗ ਕਰਨੀ। ਗੁਰਬਾਣੀ ਵਿੱਚ ਇਹ ਦਾਤ ਗੁਰੂ ਸਾਹਿਬ ਨੇ ਨੂੰ ਭਲੀ ਭਾਂਤ ਦਿੱਤੀ। ਮਨੁੱਖ ਨੇ ਜਦੋਂ ਆਰੰਭਤਾ ਕੀਤੀ ਆਪਣੀ ਜ਼ਿੰਦਗੀ ਦੀ, ਜਿਵੇਂ ਪਰਮੇਸ਼ਰ ਨੇ, ਰੱਬ ਨੇ ਸੰਸਾਰ ਦੇ ਅੰਦਰ
ਸ਼ਬਦ ਦੇ ਦੁਆਰਾ ਹੀ ਸੰਸਾਰ ਬਣਿਆ, ਸੰਸਾਰ ਨੂੰ ਸਾਜਿਆ ਗਿਆ। ਤੇ ਅੱਜ ਜੋ ਸੰਸਾਰ ਦੀ ਤੁਸੀਂ ਖੂਬਸੂਰਤੀ ਵੇਖਦੇ ਪਏ ਹੋ, ਇਹ ਸ਼ਬਦਾਂ ਦੇ ਆਧਾਰ ਤੇ ਹੀ ਹੈ। ਮਨੁੱਖ ਦੀ ਜ਼ਿੰਦਗੀ ਵੀ ਜਦੋਂ ਸੁੰਦਰ ਬਣੀ, ਮਨੁੱਖ ਨੇ ਵੀ ਆਪਣੀ ਜ਼ਿੰਦਗੀ ਨੂੰ ਜਦੋਂ ਸਵਾਰਿਆ ਹੋਰ ਸ਼ਿੰਗਾਰਿਆ, ਉਹ ਸ਼ਬਦ ਦੇ ਆਧਾਰ ਤੇ ਹੀ ਸਵਾਰਿਆ ਸੀ। ਲੋੜ ਸੀ। ਇਸ ਸੰਸਾਰ ਦੇ ਅੰਦਰ ਦੇਹ ਦੀ ਪੂਜਾ ਹੁੰਦੀ ਸੀ, ਦੇਹ ਨੂੰ ਪੂਜਿਆ ਜਾਂਦਾ ਸੀ। ਦੇਹ ਨੂੰ ਲੋਕ ਪਕੜ ਕੇ ਬੈਠੇ ਰਹੇ, ਦੇਹਾਂ ਦੀਆਂ ਪੂਜਾ ਕਰਦੇ ਰਹੇ, ਤੇ ਦੇਹਾਂ ਦੀਆਂ ਪੂਜਾ ਕਰਨ ਵਾਲਿਆਂ ਨੂੰ ਗੁਰੂ ਨੇ ਹਟਾ ਕੇ ਅਸਲੀ ਸ਼ਬਦ ਦਾ ਗਿਆਨ ਦਿੱਤਾ, ਸ਼ਬਦ ਨਾਲ ਜੋੜਿਆ। ਮੈਂ ਬੇਨਤੀ ਕੀਤੀ ਕਿ ਜਿੰਨਾ ਮਨੁੱਖ ਦਾ ਸੁਣਨਾ ਉੱਚਾ ਹੋਵੇਗਾ, ਸ਼ਬਦ ਜਿੰਨੇ ਉੱਚੇ ਹੋਣਗੇ, ਉਨਾ ਹੀ ਮਨੁੱਖ ਦਾ ਜੀਵਨ ਉੱਚਾ ਹੋਵੇਗਾ। ਮਨੁੱਖ ਦੇ ਉੱਤੇ ਨਿਰਭਰ ਕਰਦਾ ਹੈ। ਜਿਵੇਂ ਮਨੁੱਖ ਸ਼ਬਦਾਂ ਦੀ ਪਹਿਚਾਨ ਕਰਦਾ ਹੋਇਆ ਇਸ ਨੂੰ ਪਤਾ ਲੱਗ ਜਾਂਦਾ ਹੈ ਕਿਹੜੇ ਸ਼ਬਦ ਮੈਂ ਕਿਸ ਵਿਅਕਤੀ ਦੇ ਨਾਲ ਵਰਤਨੇ ਨੇ, ਹੋਰ ਕਿਵੇਂ ਦੀ ਵਰਤੋਂ ਕਰਕੇ ਮੈਂ ਸਮਾਜ ਵਿੱਚ ਚੰਗਾ ਬਣ ਸਕਣਾ। ਇਸ ਸੰਸਾਰ ਦੇ ਅੰਦਰ ਸਭ ਨੂੰ ਪਤਾ ਹੈ ਸ਼ਬਦ ਦੀ ਵਰਤੋਂ ਬਾਰੇ। ਇਸੇ ਤਰ੍ਹਾਂ ਹੀ ਗੁਰੂ ਦਾ ਸ਼ਬਦ ਹੈ ਜੋ ਮਨੁੱਖ ਦੀ ਸੰਭਾਲ ਕਰਦਾ ਹੈ। ਜਦੋਂ ਇਹਨੂੰ ਵਰਤਣਾ ਆ ਜਾਂਦਾ ਹੈ, ਜਦੋਂ ਇਹਨੂੰ ਪੜ੍ਹਨਾ ਆ ਜਾਂਦਾ ਹੈ, ਜਦੋਂ ਉਹਨੂੰ ਵਿਚਾਰਨਾ ਆ ਜਾਂਦਾ ਹੈ, ਤੇ ਉਹਨੂੰ ਆਪਣੀ ਜ਼ਿੰਦਗੀ ਵਿੱਚ ਵਸਾਉਣਾ ਹੋਰ ਫੋਲੋ ਕਰਨਾ ਆ ਜਾਂਦਾ ਹੈ ਕਿ ਇਹਨੂੰ ਕਿੱਦਾਂ ਵਿਚਾਰਨਾ ਹੈ। ਉਦੋਂ ਮਨੁੱਖ ਦੀ ਜ਼ਿੰਦਗੀ ਕਿੱਦਾਂ ਦੀ। ਤਾਂ ਇਸ ਨੇ ਜੋ ਮੰਦਰ ਕੋ ਥਾਮੈ ਥੰਮਣ, ਤਿਉ ਗੁਰ ਕਾ ਸ਼ਬਦ ਮਨੈ ਸਥਾਨ। ਜਿੰਨਾ ਸ਼ਬਦ ਉੱਚਾ ਹੋਵੇਗਾ, ਜਿੰਨਾ ਸ਼ਬਦ ਸੋਹਣਾ ਹੋਵੇਗਾ, ਮਨੁੱਖ ਦੀ ਜ਼ਿੰਦਗੀ ਵੀ ਓਨੀ ਸੋਹਣੀ ਆਨੰਦਮਈ ਹੋਵੇਗੀ। ਮੇਰੇ ਗੁਰੂ ਸਾਹਿਬ ਨੇ ਕਿਹਾ, ਆਪਣੇ ਮਨ ਨੂੰ ਸਹਾਰਾ ਦੇਣ ਵਾਸਤੇ ਸ਼ਬਦ ਦਾ ਸਹਾਰਾ ਨਹੀਂ, ਕਿ ਉਹ ਸ਼ਬਦ ਤੈਨੂੰ ਪਿਆਰਿਆ ਡੋਲਣ ਨਹੀਂ ਦਵੇਗਾ, ਥਿੜਕਣ ਨਹੀਂ ਦਵੇਗਾ, ਤੇਰੀ ਜ਼ਿੰਦਗੀ ਨੂੰ ਬਚਾ ਕੇ ਰੱਖੇਗਾ। ਇਹ ਸੰਸਾਰ ਜਦੋਂ ਅਗਿਆਨਤਾ ਦਾ ਸ਼ਿਕਾਰ ਹੋ ਚੁੱਕਿਆ ਸੀ, ਲੋਕ ਫਸੇ ਹੋਏ ਸਨ, ਗੁਰੂ ਨੇ ਸ਼ਬਦ ਦਿੱਤਾ। ਗੁਰੂ ਨਾਨਕ ਨੇ ਉਹ ਸ਼ਬਦ ਦਿੱਤਾ ਜਿਹੜੇ ਸ਼ਬਦ ਦੀ ਗੱਲ ਕਹੀ ਸੀ ਕਿ ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਮੇਰੀ ਸੁਰਤ ਦੇ ਵਿੱਚ ਉਹ ਸ਼ਬਦ ਹੈ ਜਿਹਨੂੰ ਮੈਂ ਪ੍ਰੀਤ ਪਾ ਕੇ, ਪਿਆਰ ਪਾ ਕੇ ਇਹ ਸੰਸਾਰ ਦੇ ਵਿੱਚ ਜ਼ਿੰਦਗੀ ਕਿੱਦਾਂ ਦੀ ਜੀਣੀ ਹੈ, ਮੈਂ ਪ੍ਰਮਾਤਮਾ ਵੱਲੋਂ ਸਿੱਖ ਲਈ ਹੈ। ਪਿਆਰਿਓ, ਕਿਉਂਕਿ ਜੈਸੇ ਜਲ में कमल निरालो मुरगाई ना साने, ਇਹ ਗੱਲ ਸੀ ਗੁਰੂ ਨਾਨਕ ਦੀ। ਇਸ ਸੰਸਾਰ ਵਿੱਚ ਕਿਵੇਂ ਰਿਹਾ ਜਾ ਸਕਦਾ ਹੈ? ਸੰਸਾਰ ਵਿਕਾਰਾਂ ਦਾ, ਦੁੱਖਾਂ ਦਾ, ਕਲੇਸ਼ਾਂ ਦਾ, ਪਾਪਾਂ ਦਾ ਬੋਝ ਬਣਿਆ ਹੋਇਆ ਮਨੁੱਖ ਤੇ ਇਹ ਸਿੱਧਾਂ ਦੇ ਸਵਾਲ ਸਨ। ਗੁਰੂ ਨਾਨਕ ਨੇ ਕਿਹਾ, ਮੈਨੂੰ ਤਰਨਾ ਪਤਾ ਕਿਵੇਂ ਆਇਆ? ਮੈਂ ਤਰਨਾ ਜਾਣਦਾ, ਕਿਉਂਕਿ ਸੁਰਤ ਸ਼ਬਦ, ਮੇਰੀ ਸੁਰਤੀ ਦੇ ਵਿੱਚ ਸ਼ਬਦ ਵਸ ਗਿਆ ਹੈ, ਜਿਹੜਾ ਸ਼ਬਦ ਮੈਨੂੰ ਤਰਨ ਬਾਰੇ ਦੱਸ ਰਿਹਾ ਹੈ, ਕਿਉਂਕਿ ਸ਼ਬਦ ਨੇ ਮੈਨੂੰ ਦੱਸਿਆ ਨਾ। ਤੇ ਗੁਰਬਾਣੀ ਵਿੱਚੋਂ ਸਾਨੂੰ ਮਿਲਿਆ ਕਿ ਸ਼ਬਦ ਮਿਲਿਆ। ਸਿੱਧਾਂ ਨੇ ਗੁਰੂ ਨਾਨਕ ਨੂੰ ਜਦੋਂ ਕੁਐਸਚਨ ਕੀਤੇ, ਉਹਨਾਂ ਨੇ ਕਿਹਾ, ਤੇਰਾ ਗੁਰੂ ਕੌਣ ਹੈ? ਗੁਰੂ ਨਾਨਕ ਨੇ ਕਿਹਾ, ਮੇਰਾ ਗੁਰੂ ਕੋਈ ਦੇਹ ਨਹੀਂ, ਮੇਰਾ ਗੁਰੂ ਕੋਈ ਦੁਨੀਆ ਵਿੱਚ ਪੀਰ ਪੈਗੰਬਰ ਨਹੀਂ, ਕੋਈ ਵੱਖਰੀ ਥਾਂ ਵਾਲਾ ਨਹੀਂ, ਮੇਰਾ ਗੁਰੂ ਸ਼ਬਦ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਕਿਹੜਾ ਸ਼ਬਦ ਗੁਰੂ? ਜਿਹੜਾ ਕਦੀ ਖਤਮ ਨਹੀਂ ਹੋਣ ਵਾਲਾ, ਜਿਹੜਾ ਮੱਕੇ ਵਿੱਚ ਵੀ ਹੈ, ਜਗਨਾਥਪੁਰੀ ਚ ਵੀ ਹੈ, ਹਰਦੁਆਰ ਵੀ ਹੈ, ਕੁਰਸ਼ੇਤਰ ਦੀ ਧਰਤੀ ਤੇ ਵੀ ਹੈ। ਜਿੱਥੇ ਵੀ ਗੁਰੂ ਨਾਨਕ ਪਹੁੰਚੇ ਉਹ ਗੁਰੂ ਨਾਲ ਹੈ। ਗੁਰੂ ਕਿਹੜਾ ਸੀ? ਸ਼ਬਦ। ਸਿੱਖ ਨੂੰ ਕਿਉਂ ਜੋੜਿਆ ਸ਼ਬਦ ਨਾਲ?
क्योंकि देह की तो एक थां ते पूजा की जाती ही, देह तो दूरों दूरों आके मिलिया जाता हुंदा सी, कोहां किलोमीटर ते आ जाता सी। अज भी तीर्थां ते भीड़ लगी हुई है, पर जो गुरु ने शब्द दिता ते मनुख नूं पता लगा। गुरु नानक ने जवाब दिता, सदो तुसी रब कोई वखरी थां ते मन के बैठे हो, जिन्हों पाण वास्ते तुसी सुमेर पर्वतां ते पहाड़ां ते भीड़ तीर्थां ते भीड़ लगी है। गुरु नानक ने जिन्हों शब्द नूं गुरु मन्निया सी ना, वो गुरु नानक दे नाल हर वक्त रहा। गुर मेरे संग सदा है नाले, वो नाल रहा। बिन नामै जग कमला फिरै, गुरमुख नदरी आया। बिन नामै नाम की है शब्द, इस नाम तो बिना जगत कमलिया वांगू मूर्खा वांगू वेख्या। ताई तो साहिब जी कहते ने, ये नाम इस शब्द तो बिना दुनिया एक बौरी हुई नजर आई, क्योंकि शब्द तो ज्ञान मिलना सी। बिन नाम है जग कमला फिरै, बौरियां दे वांग कमलियां वांग दुनिया अंदर विचरदा पिया मनुख। गुरमुख नदरिया जिदे गुरमुख कोल किसी शब्द, ये शब्द गुरु नानक की अगवाई कर रहा है। जिथे भी गुरु नानक पहुंचे शब्द नाल है, और शब्द दे राही रब दा मैसेज पहुंचाना चाह रहे ने। प्यारिओ, मित्रता उन्हां दियां बनदियां ने जिन्हां कोल शब्द हुंदे ने। गुंगे दे किन्ने को मित्र हुंदे ने? गुंगे दे मित्र नहीं बने कदी, क्योंकि गुंगे कोल शब्द नहीं हैगा। मित्र भी उंदा बनता है जिंदे कोल शब्द ने। जे तेरे कोल शब्द उच्चे ने, तेरे शब्दां दा किरदार उच्चा है, याद रखी गुरु नानक दे घर दे नाल तेरी मित्रता बनेगी, तेरी सांझ बनेगी। गुरु नानक साहिब ने एक गल कही सी, शब्द गुरु सुरत तुन चेला। मेरी जिहड़ी सुरत है वो चेला बन गई है, ते मेरे कोल की है? शब्द ही मेरे वास्ते सब तो बड़ा गुरु है। गुरु साहब ने अपनी जिंदगी काल विच जिथे भी भरमण किया, उदासियां कीतियां, गुरु साहब ने शब्दां नूं इकत्र किया। भगत साहिबां ने जदों बाणी नूं इकत्र किया ते की इकट्ठिया किया? शब्दां दे नाल। गुरु नानक ने जे भगत रविदास जी दे नाल सांझ पाई ते प्यारिओ शब्द करके पाई। गुरु नानक ने भगत नामदेव जी नूं वेख्या ते शब्द करके वेख्या। जे भगत जयदेव नूं वेख्या, जे बाबा फरीद जी नाल सांझ पई ते किंदे करके पई? शब्द करके पई। मैं बेनती की, गुंगे दे मित्र नहीं जाते लभणगे, क्योंकि उहदे कोल शब्द नहीं। इस दुनिया अंदर जिहड़े भगत साहिबान सन चले गए, पर गुरु नानक ने उन्हां नाल मित्रता फिर बना ली, क्योंकि उन्हां दे शब्द जींदे सन। शब्द नहीं सन खत्म होए। ਜਿਹੜੇ शब्द अकाल पुरख वालों रब वालों उन्होंने रब ने दिते सन, बोल दिते सन। तुर की बाणी आई तिन सगली चिंत मिटाई। वो बाणी, वो शब्द जिहड़ा तुर तो आया सी, जैसी मैं आवे खसम की बाणी। खसम की बाणी, बाणी शब्द तैसड़ा करी ज्ञान में ला लो। जो खसम वालों आया होया सी, जिहड़ा तुर तो, जिहड़ा दिमाग वालों रब वालों हुक्म आके बयान किया होया सी, वो शब्द जिउंदे सन। शब्द नहीं सन खत्म होए। गुरु नानक ने भगत साहिबां नाल अपनी मित्रता बनाई, सांझ बनाई। भगतां नूं अपनी जिंदगी दे विच ओ थां दित्ती, जिहड़ी थां हो सकदा है देहां नूं पूजण वाले कदी ले ना सकण। किहड़ी चीज लगी? कतर किहड़ी? शब्दां। देहां नूं हटा के शब्द गुरु ज्ञान नाल जुड़िया ते प्यारिओ समा दर समा पाके गुरु साहिबां ने पोथियां तैयार कीतियां, गुरबाणी दियां तैयार करदियां 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 एक दिन गुरु अर्जन देव पातशाह ने उस शब्द नूं एक ग्रंथ दे रूप विच इकत्र कर दिता। उस ग्रंथ का प्रकाश करके आप सीस झुका दिता ते कह दिता, प्यो दादे का खोल डिठा खजाना, ता मेरे मन पया निदाना, खावो खर्चो रल मिल पाई, तोट ना वै वध दो जाई।
ਇਹ ਉਹ ਪਿਓ ਦਾ ਖਜ਼ਾਨਾ ਹੈ, ਇਹ ਉਹ ਬਾਪੂ ਦਾ ਖਜ਼ਾਨਾ ਹੈ, ਜਿਹੜਾ ਖਜ਼ਾਨਾ ਖਤਮ ਨਹੀਂ ਹੋਣਾ। ਰਤਨ ਲਾਲ ਜਾਕਾ ਕਛੂ ਨਾ ਮੋਲ, ਪਰੇ ਭੰਡਾਰ ਅਖੁੱਟ ਤੋਲ, ਖਾਵੋ ਖਰਚੋ ਰਲ ਮਿਲ ਭਾਈ। ਓਏ ਆ ਤਾਂ ਸਹੀ, ਇਸ ਸ਼ਬਦ ਨਾਲ ਸਾਂਝ ਪਾਈ, ਟੋਟ ਨਾ ਆਵੇ ਵੱਧ ਦੋ ਜਾਈ। ਇਹ ਸ਼ਬਦ ਨੂੰ ਇੰਨੀ ਮਹਾਨਤਾ ਦਿੱਤੀ, ਗੁਰੂ ਸਾਹਿਬ ਨੇ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਕਰਕੇ ਗੁਰੂ ਸ਼ਬਦ ਨਾਲ ਜੋੜ ਦਿੱਤਾ। ਗੁਰੂ ਨੇ ਆਪ ਸੀ ਝੁਕਾ ਦਿੱਤਾ। ਉਹ ਪਿਆਰਿਆ, ਸ਼ਬਦ ਦੀ ਕਿੰਨੀ ਕੀਮਤ ਸੀ, ਜਿਸ ਸ਼ਬਦ ਅੱਗੇ ਗੁਰੂ ਝੁਕਦਾ ਪਿਆ। ਕਿਉਂ? ਕਿਉਂਕਿ ਪਤਾ ਸੀ, ਗੁਰੂ ਜਾਣਦਾ ਸੀ ਇੱਕ ਦਿਨ ਦੇਹ ਬਿਨਸ ਜਾਣੀ ਹੈ, ਇਹ ਸ਼ਬਦ ਜੁਗੋ ਜੁਗ ਅਟਲ ਰਹੇਗਾ, ਇਹ ਸਦਾ ਰਹੇਗਾ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ। ਕਿਹਨੂੰ ਗਾਣਾ? ਸ਼ਬਦੋ ਤਾਂ, ਇਹ ਸ਼ਬਦ ਨਾਲ ਕੀ ਗਾਣਾ? ਹਰੀ ਕੇਰਾ। ਹਰੀ ਦੇ ਗੁਣ ਗਾਣੇ ਸਨ। ਸ਼ਬਦ ਉਹ ਹੋਣੇ ਚਾਹੀਦੇ ਸਨ ਜਿੰਦੇ ਤੋਂ ਪਰਮੇਸ਼ਰ ਯਾਦ ਆਏ, ਪ੍ਰਭੂ ਯਾਦ ਆਏ, ਵਾਹਿਗੁਰੂ ਯਾਦ ਆਏ। ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ ਉਹ ਸ਼ਬਦ ਗਾਈ, ਉਹ ਸ਼ਬਦ ਪੜ੍ਹੀ ਜਿਨ੍ਹਾਂ ਵਿੱਚ ਪਰਮਾਤਮਾ ਤੇਰੇ ਹਿਰਦੇ ਵਿੱਚ ਵਸਦੇ, ਜਿਨ੍ਹਾਂ ਸ਼ਬਦਾਂ ਵਿੱਚੋਂ ਪ੍ਰਭੂ ਪਰਮਾਤਮਾ ਨਜ਼ਰ ਆ ਜਾਵੇ, ਜਿਨ੍ਹਾਂ ਸ਼ਬਦਾਂ ਤੋਂ ਦਿਸੇ ਗੁਰ ਮੇਰੇ ਸੰਗ ਸਦਾ ਹੈ ਨਾਲੇ। ਤੂੰ ਮੇਰਾ ਰਾਖਾ ਸਭਨੀ ਥਾਈ। ਉਹ ਸ਼ਬਦ ਇਦਾਂ ਦੇ ਪੜ੍ਹੀ ਜਿੱਥੋਂ ਇਹ ਪਤਾ ਲੱਗ ਜਾਏ, ਪੈ ਕਾਹੂ ਕੋ ਦੇਤ ਨੈ ਪੈਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਸ਼ਬਦ ਇਹ ਰੱਖੀ ਆਪਣੀ ਜ਼ਿੰਦਗੀ ਵਿੱਚ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਰ ਨਾ ਕੀਜੈ। ਸ਼ਬਦ ਕਿਦਾਂ ਦਾ ਸਮਾਂ ਪਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਉਸ ਗ੍ਰੰਥ ਨੂੰ ਗੁਰੂ ਦਾ ਰੂਪ ਦੇ ਦਿੱਤਾ। ਉਹ ਕੱਲਾ ਗ੍ਰੰਥ ਨਹੀਂ ਰਹਿਣ ਦਿੱਤਾ, ਉਹਨੂੰ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਿੱਤਾ, ਗੁਰੂ ਦਾ ਨਾਮ ਦੇ ਦਿੱਤਾ। ਅੱਜ ਤੋਂ ਬਾਅਦ ਦੇਹਾਂ ਨੂੰ ਖਤਮ ਕਰਕੇ ਸ਼ਬਦ ਗੁਰੂ ਨਾਲ ਜੋੜ ਦਿੱਤਾ ਤੇ ਹੁਕਮ ਜਾਰੀ ਕਰਤਾ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜੇ ਤੂੰ ਗੁਰੂ ਕੋਲ ਆਉਣਾ ਹੈ, ਜੇ ਸ਼ਬਦ ਨਾਲ ਜੁੜਨਾ ਹੈ, ਤੇ ਪਿਆਰਿਆ ਇਸ ਗ੍ਰੰਥ ਨਾਲ ਸਾਂਝ ਪਾਈ। ਜਿੱਦਣ ਇਸ ਗ੍ਰੰਥ ਨਾਲ ਸਾਂਝ ਪਾਏਗੀ, ਤੇਰੀ ਮਿੱਤਰਤਾ ਕਦੀ ਟੁੱਟੇਗੀ ਨਹੀਂ। ਇਤਿਹਾਸ ਵਿੱਚ ਇਹਨਾਂ ਸ਼ਬਦਾਂ ਦਾ ਹੰਕਾਰ ਕਰਨ ਵਾਲਾ, ਦੁਨੀਆ ਅੰਦਰ ਪੰਜੋਖਰੇ ਦਾ ਰਹਿਣ ਵਾਲਾ ਪੰਡਿਤ ਲਾਲ ਚੰਦ ਸ਼ਬਦ ਹੈ। ਹੁਣ ਪ੍ਰੀਤ ਕਿਦਾਂ ਦੀ ਪੈਂਦੀ ਹੈ, ਟੁੱਟਦੀ ਕਿਉਂ ਨਹੀਂ ਪ੍ਰੀਤ? ਇਹ ਧਿਆਨ ਦੇਣਾ। ਸ਼ਬਦ ਹੈ ਨੇ, ਸ਼ਬਦਾਂ ਦੀ ਵਿਦਵਤਾ ਬੜੀ ਹੈ, ਪਰ ਹੰਕਾਰ ਵੀ ਬਹੁਤ ਵੱਡਾ ਹੈ ਅੰਦਰ। ਜੋ ਮੇਰੇ ਕੋਲ ਨੇ, ਇਹਨਾਂ ਚਰਚਾ ਦੇ ਰਾਹੀਂ, ਇਹਨਾਂ ਸ਼ਬਦਾਂ ਰਾਹੀਂ ਮੈਂ ਵੱਡੇ ਵੱਡਿਆਂ ਲੋਕਾਂ ਨੂੰ ਹਰਾ ਦਿੱਤਾ ਹੈ। ਮਨ ਵਿੱਚ ਹੰਕਾਰ ਲੈ ਕੇ ਬੈਠਾ ਹੈ। ਜਿੱਦਣ ਗੁਰੂ ਹਰਕ੍ਰਿਸ਼ਨ ਪਹੁੰਚਦੇ ਨੇ, ਬਸ ਪਿਆਰਿਓ ਗੱਲ ਸਮਝਣ ਦੀ ਹੈ। ਜਿਹੜੀ ਗੱਲ ਉਹਦੇ ਅੰਦਰ ਹੰਕਾਰ ਸੀ ਸ਼ਬਦ ਦਾ, ਕਿ ਐਡਾ ਵੱਡਾ ਨਾਮ ਰੱਖਿਆ, ਜਿੱਡਾ ਵੱਡਾ ਨਾਮ ਰੱਖਿਆ ਓਡਾ ਵੱਡਾ ਗੁਣ ਵੀ ਹੈ। ਗੁਰੂ ਹਰਕ੍ਰਿਸ਼ਨ ਕੇ ਪਾਤਸ਼ਾਹ ਨੇ ਕਿਹਾ, ਉਹ ਪੰਡਤਾ, ਜੇ ਮੈਂ ਇਦਾਂ ਦਾ ਕੁਝ ਕਰਕੇ ਵਿਖਾਇਆ, ਤੇਰੇ ਮਨ ਵਿੱਚ ਕਰਾਮਾਤ ਦੇ ਫੁਰਨੇ ਉੱਠਣੇ ਨੇ, ਭੁਲੇਖੇ ਪੈ ਜਾਣੇ ਨੇ। ਜਾਂ ਜਿਹਨੂੰ ਮਰਜ਼ੀ ਲਿਆ, ਜਿਹੜਾ ਤੂੰ ਹੰਕਾਰ ਪਾਲ ਕੇ ਬੈਠਾ ਨਾ, ਤੇਰਾ ਹੰਕਾਰ ਕੋਈ ਵੀ ਤੋੜ ਲਈ ਤਿਆਰ ਹੋਏਗਾ। ਯਾਦ ਰੱਖਿਓ ਪਿਆਰ। ਹੁਣ ਪਿੰਡ ਵਿੱਚੋਂ ਪੰਡਿਤ ਲਾਲ ਚੰਦ ਗੀਤਾ ਦੇ ਅਰਥ ਕਰਨ ਵਾਸਤੇ ਪਹਿਲਾਂ ਗੁਰੂ ਹਰਕ੍ਰਿਸ਼ਨ ਬੋਲਦੇ ਨੇ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਅਰਥ ਨਹੀਂ ਕਰਨਾ ਚਾਹੁੰਦੇ। ਕਿਉਂ? ਕਿਉਂਕਿ ਮਨ ਵਿੱਚ ਹੰਕਾਰ ਹੈ, ਉਹ ਹੰਕਾਰ ਛੇਤੀ ਠੰਡਾ ਨਹੀਂ ਹੋਵੇਗਾ। ਗੁਰੂ ਸਾਹਿਬ ਅਰਥ ਵੀ ਕਰਦੇ ਤੇ ਹੰਕਾਰ ਤਾਂ ਵੀ ਨਹੀਂ ਸੀ ਬੁਝਣਾ। ਪਰ ਜਦੋਂ ਪਿੰਡ ਵਿੱਚੋਂ ਲੈ ਕੇ ਆਇਆ ਛੱਜੂ ਝੂਰ ਵਰਗਿਆਂ ਨੂੰ, ਪਿਆਰਿਓ, ਜਦੋਂ ਉਹਦੇ ਸ਼ਬਦਾਂ ਦਾ ਹੰਕਾਰ ਸ਼ਬਦ ਦੇ ਰਾਹੀਂ ਤੋੜਿਆ ਗਿਆ, ਪੰਡਿਤ ਲਾਲ ਚੰਦ ਹੈਰਾਨ ਰਹਿ ਗਿਆ। ਛੱਜੂ ਝੂਰ ਜੀ ਨੇ ਜਦੋਂ ਉਸ ਗੀਤਾ ਦੇ ਅਰਥ ਕਰਕੇ ਵਿਖਾਏ,
ਜਿਹਨੂੰ ਉਹ ਗੁੰਗਾ ਕਹਿੰਦਾ ਸੀ, ਜਿਹਨੂੰ ਉਹ ਬੋਲਾ ਕਹਿੰਦਾ ਸੀ, ਬੋਲਣ ਦਾ ਅਧਿਕਾਰ ਨਹੀਂ ਸੀ ਦਿੱਤਾ ਜਾਂਦਾ, ਜਿੱਥੇ ਉਹਨੂੰ ਗਰੀਬ ਨੂੰ ਹੱਕ ਨਹੀਂ ਸੀ ਦਿੱਤਾ ਜਾਂਦਾ, ਜਦੋਂ ਗੁਰੂ ਕੋਲ ਬਹਿ ਕੇ ਉਸ ਗਰੀਬ ਨੂੰ ਹੱਕ ਮਿਲਿਆ, ਗੁਰੂ ਦੀ ਰਹਿਮਤ ਹੋਈ, ਕਾਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਉਹ ਪਿਆਰਿਓ, ਉਹ ਸ਼ਬਦਾਂ ਦੇ ਨਾਲ ਛੱਜੂ ਝੂਰ ਦੀ ਦੁਨੀਆ ਤੇ ਜੈ ਜੈਕਾਰ ਹੋ ਗਈ। ਸ਼ਬਦ ਨਾਲ ਉਹਦੇ ਕੋਲ ਕੀ ਸੀ? ਉਹ ਸ਼ਬਦ ਸਨ ਜਿਹੜੇ ਸ਼ਬਦ ਨੂੰ ਕਦੀ ਸੁਣ ਨਹੀਂ ਸਨ ਦਿੱਤੇ ਜਾਂਦੇ। ਜੇ ਗੁਰੂ ਦੀ ਗੋਦ ਨੂੰ ਮਿਲੀ, ਗੁਰੂ ਦੀ ਖੁਸ਼ੀ ਮਿਲੀ, ਜੇ ਗੁਰੂ ਦਾ ਪਿਆਰ ਮਿਲਿਆ, ਤੇ ਯਾਦ ਰੱਖਿਓ ਛੱਜੂ ਝੂਰ ਨੂੰ ਉਹਨਾਂ ਸ਼ਬਦਾਂ ਕਰਕੇ ਮਿਲਿਆ ਜਿਹੜੇ ਸ਼ਬਦ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੀ ਜ਼ੁਬਾਨ ਤੋਂ ਬੁਲਾਣਾ ਚਾਹੁੰਦੇ ਨੇ। ਪਿਆਰ ਲੈਣਾ ਚਾਹਨਾ ਹੈ, ਇੱਜ਼ਤ ਲੈਣਾ ਚਾਹਨਾ ਹੈ, ਗੁਰੂ ਕੋਲ ਉਹ ਸ਼ਬਦ ਆ ਕੇ ਬੋਲੀ, ਜਿਤ ਬੋਲੀਐ ਪਤ ਪਾਈਐ ਸੋ ਬੋਲਿਆ ਪ੍ਰਵਾਨ। ਉਹ ਸ਼ਬਦ ਬੋਲੀ ਜਿਹਦੇ ਨਾਲ ਤੈਨੂੰ ਇੱਜ਼ਤ ਮਿਲੇ, ਜਿਹਦੇ ਵਿੱਚੋਂ ਗੁਰੂ ਨਾਨਕ ਦੀ ਖੁਸ਼ੀ ਝਲਕਦੀ ਆਉਂਦੀ ਹੋਵੇ। ਪਰ ਪਿਆਰਿਓ, ਅੱਜ ਦੇਹਾਂ ਨਾਲ ਜੁੜਨ ਵਾਲਾ ਸ਼ਬਦ ਬਾਰੇ ਕੀ ਜਾਣੇਗਾ ਕਿ ਸ਼ਬਦ ਦੀ ਮਹਾਨਤਾ ਕੀ ਹੈ। ਔਰੰਗਜ਼ੇਬ ਦੀ ਬੇਟੀ ਸੁਪੁੱਤਰੀ ਜੇਵਲ ਨਸਾ, ਜੇਵਲ ਨਸਾ ਨੇ ਕੁਝ ਗ੍ਰੰਥ ਲਿਖੇ, ਕਿਤਾਬਾਂ ਲਿਖੀਆਂ, ਬੜੀਆਂ ਉੱਤਮ ਵਿਚਾਰਾਂ ਸਨ ਉਹਨਾਂ ਕਿਤਾਬਾਂ ਦੇ ਵਿੱਚ। ਜਦੋਂ ਦੀਆਂ ਕਿਤਾਬਾਂ ਨੂੰ ਕਿਸੇ ਨੇ ਪੜ੍ਹਿਆ, ਪੜ੍ਹਾਈ ਕੀਤੀ, ਉਹਦੀ ਲਿਖਤ ਵਿੱਚ, ਉਹਦੇ ਸ਼ਬਦਾਂ ਵਿੱਚ ਬੜੀ ਤਾਕਤ ਸੀ। ਪੜ੍ਹਨ ਵਾਲੇ ਨੇ ਸੋਚਿਆ ਕਿ ਜਿੰਨੀ ਇਹ ਕਲਮ ਚਲਾਈ ਹੈ, ਕਿਉਂ ਨਾ ਕਰਨ ਨੂੰ ਮਿਲਿਆ ਜਾਏ। ਵੇਖਿਓ ਪਿਆਰਿਓ, ਜਿਹੜੇ ਪ੍ਰੀਤ ਕਿੱਦਾਂ ਦੀ ਪਾਉਂਦੇ ਨੇ, ਸ਼ਬਦ ਨਾਲ ਕਿੱਦਾਂ ਜੁੜਦਾ ਹੈ। ਮੇਰੇ ਸਾਥ ਕਹਿੰਦੇ, ਸ਼ਬਦ ਨਾ ਜਾਣੈ ਸੇ ਅੰਨੇ ਬੋਲੇ। ਜਿਹੜੇ ਸ਼ਬਦ ਨੂੰ ਨਾ ਜਾਣਦੇ, ਗੁਰਬਾਣੀ ਨੇ ਉਹਨੂੰ ਅੰਨਾ ਤੇ ਬੋਲਾ ਕਿਹਾ। ਸ਼ਬਦ ਇੱਕ ਚਾਨਣ ਹੈ, ਸ਼ਬਦ ਇੱਕ ਉਹ ਗਿਆਨ ਹੈ, ਹਨੇਰੇ ਤੋਂ ਪ੍ਰਕਾਸ਼ ਕਰ ਦਿੰਦਾ ਹੈ। ਜਿਹਦੇ ਕੋਲ ਸ਼ਬਦ ਨਹੀਂ ਨਾ, ਉਹਦੀ ਜ਼ਿੰਦਗੀ ਬੜੀ ਅਧੂਰੀ ਹੈ। ਜੇਵਲ ਨਸਾ ਨੂੰ ਮਿਲਣ ਵਾਸਤੇ ਆਇਆ, ਉਹ ਇਸਲਾਮ ਧਰਮ ਦੇ ਮੁਤਾਬਿਕ ਪੂਰੇ ਬਸਤਰਾਂ ਤੇ ਕੱਪੜਿਆਂ ਵਿੱਚ ਢੱਕੀ ਹੋਈ ਹੈ। ਉਹਨੇ ਕਿਹਾ, ਮੈਂ ਕਰਾਂ ਮਿਲਣਾ ਚਾਹਨਾ, ਮੈਂ ਤਨ ਵੇਖਣਾ ਚਾਹਨਾ ਕਿ ਇਹਨੇ ਹੀ ਉਹ ਕਿਤਾਬ, ਇਹਨੇ ਹੀ ਉਹ ਬੁੱਕਸ ਤਿਆਰ ਕੀਤੀਆਂ ਨੇ ਜਿਹੜੀਆਂ ਕਿਤਾਬਾਂ ਲਿਖਤਾਂ ਵਿੱਚ ਇੰਨੀ ਮਹਾਨ ਚੀਜ਼ਾਂ ਲਿਖੀਆਂ ਨੇ। ਮੈਂ ਵੇਖਣਾ ਚਾਹਨਾ, ਮੈਂ ਇਹਦੇ ਤਨ ਨੂੰ, ਇਹਦੇ ਸਰੀਰ ਨੂੰ ਵੇਖਣਾ ਚਾਹਨਾ ਵਾ। ਤੇ ਪਿਆਰਿਓ, ਜਿਹੜਾ ਸ਼ਬਦ ਵਿੱਚ ਰੰਗਿਆ ਹੁੰਦਾ ਹੈ, ਸ਼ਬਦ ਵਿੱਚ ਸਮਾਇਆ ਹੁੰਦਾ ਹੈ। ਜੇਵਲ ਨਸਾ ਨੇ ਕਿਹਾ, ਭਲਿਆ ਜਿਨੇ ਮੇਰੀਆਂ ਕਿਤਾਬਾਂ ਵਿੱਚੋਂ ਮੈਨੂੰ ਅਜੇ ਤੱਕ ਵੇਖਿਆ ਨਹੀਂ, ਜਿਨੇ ਮੇਰੀਆਂ ਕਿਤਾਬਾਂ ਵਿੱਚੋਂ ਮੇਰੀ ਚੰਗੀ ਤਰ੍ਹਾਂ ਦੀਦਾਰ ਨਹੀਂ ਕਰ ਸਕਿਆ, ਇਹ ਬਣੇ ਹੋਏ ਮਿੱਟੀ ਦੇ ਪੁਤਲੇ ਵਿੱਚੋਂ ਕੀ ਜੇਵਲ ਨਸਾ ਵੇਖੇਗਾ। ਜੇ ਮੈਨੂੰ ਵੇਖਣਾ ਹੈ ਤੇ ਮੇਰੀਆਂ ਇਹਨਾਂ ਕਿਤਾਬਾਂ ਵਿੱਚੋਂ ਵੇਖ। ਇਹ ਮਿੱਟੀ ਦਾ ਪੁਤਲਾ ਨਾ ਵੇਖ, ਇਹ ਪੰਜਾਂ ਵਿਕਾਰਾਂ ਦਾ ਬਣਿਆ ਹੋਇਆ ਮਿੱਟੀ ਦਾ ਪੁਤਲਾ, ਇਹਦੇ ਨਾਲ ਨਾ ਜੁੜੀ। ਮੇਰੀਆਂ ਸ਼ਕਲ ਨਾ ਵੇਖੀ, ਮੇਰੇ ਕਰਮ ਤੇ ਮੇਰੀ ਅਕਲ ਨੂੰ ਵੇਖੀ। ਜੇ ਮੇਰੇ ਕਰਮਾਂ ਤੇ ਅਕਲ ਨੂੰ ਵੇਖਣਾ ਚਾਹਨਾ ਹੈ ਤੇ ਉਹ ਇਹਨਾਂ ਕਿਤਾਬਾਂ ਦੇ ਵਿੱਚ ਛੁਪੀ ਹੋਈ ਹੈ। ਇਹ ਮਿੱਟੀ ਦੇ ਪੁਤਲੇ ਨੂੰ ਵੇਖ ਕੇ ਕੀ ਕਰ ਲੇਗਾ। ਬਸ ਪਿਆਰਿਓ, ਗੁਰਬਾਣੀ ਵੀ ਇਹੀ ਚੀਜ਼ ਪੜ੍ਹਾਉਂਦੀ ਰਹੀ ਅੱਜ ਤੱਕ, ਹੋਰ ਅੱਜ ਵੀ ਪੜ੍ਹਾਉਂਦੀ ਰਹੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜਿਹੜੀ ਗੁਰਬਾਣੀ ਨੇ ਗੁਰੂ ਦੀ ਗੱਲ ਕਹੀ, ਸ਼ਬਦ ਦੀ ਗੱਲ ਕਹੀ, ਪਰ ਉਹ ਅੱਜ ਕੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ। ਉਹ ਅੱਜ ਅੰਨਾ ਹੋ ਗਿਆ। ਗੁਰੂ ਸਾਹਿਬ ਨੇ ਕਿਹਾ, ਜਿਹੜਾ ਸ਼ਬਦ ਦੀ ਰੋਸ਼ਨੀ ਨੂੰ ਨਹੀਂ ਨਾ ਮਾਣ ਸਕਿਆ, ਸ਼ਬਦ ਦੇ ਗਿਆਨ ਨੂੰ ਨਹੀਂ ਜਾਣ ਸਕਿਆ, ਉਹ ਦੁਨੀਆ ਵਿੱਚ ਇੱਕ ਅੰਨਾ ਹੋਰ ਬੋਲਾ ਵਿਅਕਤੀ ਹੈ। ਇੱਥੋਂ ਤੱਕ ਵੀ ਕਹਿ ਦਿੱਤਾ, ਕਿਤ ਆਏ ਸੰਸਾਰਾ। ਉਹ ਤੂੰ ਦੁਨੀਆ ਤੇ ਕਿਉਂ ਆਇਆ ਜੇ ਤੇਰੇ ਕੋਲ ਸ਼ਬਦ ਦਾ ਗਿਆਨ ਹੀ ਨਹੀਂ ਹੈਗਾ ਸੀ।
ਦੁਨੀਆ ਤੇ ਜਨਮ ਲਿਆ ਦਾ ਕੀ ਫਾਇਦਾ। ਅੱਜ ਜਿੰਨੀ ਵੀ ਦੁਨੀਆ ਨੇ ਤਰੱਕੀ ਕੀਤੀ, ਸਮਾਜ ਨੇ ਤਰੱਕੀ ਕੀਤੀ, ਇਹ ਸ਼ਬਦਾਂ ਦੇ ਆਧਾਰ ਤੇ ਤਰੱਕੀ ਕੀਤੀ ਹੈ। ਜੇ ਸ਼ਬਦ ਨਾ ਹੁੰਦੇ ਮਨੁੱਖ ਕੋਲ ਤੇ ਪਸ਼ੂ ਹੋਰ ਇਨਸਾਨ ਦੇ ਵਿੱਚ ਕੋਈ ਫਰਕ ਨਹੀਂ ਸੀ ਹੋਣਾ। ਇਹਨਾਂ ਸ਼ਬਦਾਂ ਦੇ ਆਧਾਰ ਤੇ ਹੀ ਸੰਸਾਰ ਨੇ ਨਵੀਂ ਤੋਂ ਨਵੀਂ ਘਾੜਤ ਤਿਆਰ ਕੀਤੀ। ਅੱਜ ਜੇ ਹਿੰਦੂ ਵੀਰ ਨੂੰ ਪੁੱਛਿਆ ਜਾਏ ਤੇਰਾ ਰਾਮ ਕਿੱਥੇ ਹੈ, ਉਹ ਤਸਵੀਰ ਲਿਆ ਕੇ ਖੜੀ ਕਰ ਦਿੰਦਾ ਹੈ। ਜੇ ਉਹਨੂੰ ਕ੍ਰਿਸ਼ਨ ਬਾਰੇ ਪੁੱਛਿਆ ਜਾਏ ਤੇ ਉਹਦੀ ਫੋਟੋ ਦੱਸ ਦੇਗਾ, ਉਹਦੀ ਫੋਟੋ ਵੱਲ ਇਸ਼ਾਰਾ ਕਰ ਦੇਵੇਗਾ। ਜੇ ਰਾਮ ਬਾਰੇ ਪੁੱਛਿਆ ਜਾਏ ਫੋਟੋ ਵੱਲ ਇਸ਼ਾਰਾ ਕਰਕੇ ਦੱਸੇਗਾ। ਜੇ ਹਨੂਮਾਨ ਜੀ ਬਾਰੇ ਪੁੱਛਿਆ ਜਾਏ ਤਾਂ ਤਸਵੀਰ ਵੱਲ ਇਸ਼ਾਰਾ ਕਰਦੇ ਕਹੇਗਾ ਆਹ ਹੈ। ਜੇ ਸਿੱਖ ਨੂੰ ਪੁੱਛਿਆ ਜਾਏ ਗੁਰੂ ਨਾਨਕ ਕਿੱਥੇ ਹੈ ਤੇ ਸਿੱਖ ਵੀ ਤਸਵੀਰ ਵੱਲ ਇਸ਼ਾਰਾ ਕਰ ਦੇਗਾ। ਗੁਰੂ ਗੋਬਿੰਦ ਸਿੰਘ ਬਾਦਸ਼ਾਹ ਬਾਰੇ ਪੁੱਛਿਆ ਜਾਏ ਤਸਵੀਰ ਵੱਲ, ਫੋਟੋ ਵੱਲ ਇਸ਼ਾਰਾ ਕਰ ਦੇਗਾ। ਕਿਸੇ ਵੀ ਗੁਰੂ ਬਾਰੇ, ਕਿਸੇ ਵੀ ਸ਼ਹੀਦ ਸਿੱਖ ਬਾਰੇ ਪੁੱਛਿਆ ਜਾਏ ਇਹ ਇਸ਼ਾਰੇ ਕਰਕੇ ਦੱਸ ਦੇਗਾ ਆਹ ਗੁਰੂ ਨਾਨਕ ਹੈ, ਆਹ ਗੁਰੂ ਅੰਗਦ ਹੈ, ਆਹ ਗੁਰੂ ਰਾਮਦਾਸ ਜੀ ਨੇ, ਆਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ। 10ਵਾਂ ਗੁਰੂਆਂ ਦੀਆਂ ਤਸਵੀਰਾਂ ਵਿਖਾ ਦੇਗਾ, ਪਰ ਅਸਲੀ ਗੁਰੂ ਨਾਨਕ ਦੀ ਤਸਵੀਰ ਨਹੀਂ ਵਿਖਾ ਸਕੇਗਾ, ਕਿਉਂਕਿ ਜੁੜਿਆ ਹੀ ਤੇ ਤਨ ਨਾਲ ਹੈ ਨਾ। ਅੱਜ ਤੱਕ ਇਹਨੂੰ ਜੋੜਿਆ ਹੀ ਤਸਵੀਰਾਂ ਨਾਲ ਗਿਆ। ਜਿਹੜੇ ਗੁਰੂ ਨਾਲ ਜੁੜਨਾ ਸੀ, ਜਿਹੜੇ ਗਿਆਨ ਨਾਲ ਜੁੜਨਾ ਸੀ, ਵੇਖੋ ਗੁਰੂ ਨਾਨਕ ਨੇ ਸਿੱਧਾ ਨੂੰ ਪੜਾਇਆ ਹੀ ਏ ਕਿ ਮੇਰਾ ਗੁਰੂ ਸ਼ਬਦ ਹੈ ਤੇ ਸੁਰਤ ਉਹਦੀ ਚੇਲਾ ਬਣ ਚੁੱਕੀ ਹੈ। ਚੇਲੇ ਵਾਲਾ ਕੰਮ ਕਰਦੀ ਪਈ ਸੁਰਤ ਉਹਦੇ ਨਾਲ, ਚੇਲਾ ਬਣ ਕੇ ਰਹਿੰਦੀ, ਕਿਉਂਕਿ ਗੁਰੂ ਮੈਨੂੰ ਗਿਆਨ ਦਿੰਦਾ ਹੈ ਤੇ ਚੇਲਾ ਉਸ ਚੀਜ਼ ਦੀ ਪ੍ਰੈਕਟਿਸ ਕਰਦਾ ਹੈ। ਸੁਰਤ ਉਹਨੂੰ ਕਮਾਉਂਦੀ ਪਈ ਹੈ, ਗਿਆਨ ਸ਼ਬਦ ਤੋਂ ਲੈਣਾ ਪਿਆ, ਸੁਰਤ ਉਹਨੂੰ ਕਮਾ ਰਹੀ ਹੈ। ਤੇ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਤੋਂ ਗਿਆਨ ਲੈਣਾ ਸੀ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਤੋਂ, ਇਸ ਗ੍ਰੰਥ ਤੋਂ। ਜਿਹਨੂੰ ਸਿੱਖ ਪੜਦਾ ਰਿਹਾ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ। ਜਿਹਨੂੰ ਸਿੱਖ ਮਾਨ ਨਾਲ ਪੜਦਾ ਰਿਹਾ। ਪਿਆਰਿਓ, ਇਸਲਾਮ ਧਰਮ ਕਿਧਰੇ ਜ਼ਿਆਦੀ ਤਰੱਕੀ ਕਰਦਾ ਗਿਆ। ਜੇ ਉਹਨੂੰ ਪੁੱਛਿਆ ਜਾਏ ਤੁਹਾਡੇ ਹਜ਼ਰਤ ਮੁਹੰਮਦ ਦੀ ਤਸਵੀਰ ਕਿੱਥੇ ਹੈ, ਅਸੀਂ ਵੇਖਣਾ ਚਾਹੁੰਦੇ ਹਾਂ, ਸਾਨੂੰ ਦਿਖਾਓ, ਕਿੱਥੇ ਨੇ ਉਹਦੇ ਦੀਦਾਰ ਅਸੀਂ ਕਰਨਾ ਚਾਹੁੰਦੇ ਹਾਂ। ਤੇ ਪਿਆਰਿਓ, ਉਹ ਕਿਸੇ ਤਸਵੀਰ ਵੱਲ ਇਸ਼ਾਰਾ ਕਰਕੇ ਨਹੀਂ ਕਹਿਣਗੇ। ਉਹ ਜਦੋਂ ਵੀ ਵਿਖਾਣਗੇ ਹਜ਼ਰਤ ਮੁਹੰਮਦ ਸਾਹਿਬ ਨੂੰ, ਉਹ ਕੁਰਾਨ ਸ਼ਰੀਫ ਵਿੱਚੋਂ ਵਿਖਾਣਗੇ, ਉਹ ਕੁਰਾਨ ਦੇ ਵਿੱਚੋਂ ਦਰਸ਼ਨ ਕਰਾਣਗੇ। ਕਿਉਂਕਿ ਸਾਡੇ ਹਜ਼ਰਤ ਦੀ ਤਸਵੀਰ, ਸਾਡੇ ਗੁਰੂ ਦੀ ਤਸਵੀਰ ਆ ਕੁਰਾਨ ਸ਼ਰੀਫ ਹੈ, ਇਹਦੇ ਵਿੱਚ ਛੁਪਿਆ ਹੋਇਆ ਹੈ। ਇਹਦੇ ਵਿੱਚ ਹੀ ਸਾਡੇ ਮੁਰਸ਼ਿਦ ਛੁਪੇ ਹੋਏ ਨੇ, ਇਹਦੇ ਵਿੱਚ ਹੀ ਉਹਨਾਂ ਦਾ ਰੱਬੀ ਗਿਆਨ ਪਿਆ ਹੋਇਆ ਹੈ, ਜਿਹੜਾ ਸਾਨੂੰ ਦੇ ਕੇ ਜੇ ਅਸਲੀ ਦੀਦਾਰ ਕਰਨੇ ਨੇ ਤੇ ਸਾਡੇ ਮੁਹੰਮਦ ਸਾਹਿਬ ਇਸ ਦੇ ਵਿੱਚ ਨੇ। ਪਰ ਅੱਜ ਦਾ ਸਿੱਖ ਗੁਰੂ ਨਾਨਕ ਦੀ ਤਸਵੀਰ ਵਿਖਾ ਕੇ ਚਲਿਆ ਗਿਆ, ਫੋਟੋ ਵਿਖਾ ਦਿੱਤੀ, ਪਰ ਗੁਰੂ ਨਾਨਕ ਦੀ ਅਸਲੀ ਤਸਵੀਰ ਗੁਰਬਾਣੀ ਨਹੀਂ ਵਿਖਾਈ। ਮੈਂ ਕਹਿੰਦਾ ਹਿੰਦੂ ਨੂੰ ਪੁੱਛਿਓ ਉਹ ਵੀ ਦੱਸ ਦੇਗਾ, ਸਿੱਖ ਵੀ ਤਸਵੀਰਾਂ ਨਾਲ ਜੁੜਿਆ ਹੋਇਆ, ਤਸਵੀਰਾਂ ਵੱਲ ਇਸ਼ਾਰੇ ਕਰਕੇ ਸਮਝਾ ਦੇਗਾ। ਪਰ ਉਹ ਤਸਵੀਰ ਕਿਉਂ ਨਹੀਂ ਵਿਖਾਣਾ ਚਾਹੁੰਦਾ ਜਿਹੜੀ ਗੁਰਬਾਣੀ ਦੀ ਤਸਵੀਰ ਗੁਰੂ ਸਾਹਿਬ ਨੇ ਤਿਆਰ ਕੀਤੀ ਸੀ, ਜਿਹਨੂੰ ਸਿੱਖ ਨੇ ਮਾਨ ਨਾਲ ਪੜ੍ਹਨਾ ਸੀ ਕਿ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਅੱਜ ਸਿੱਖ ਕਿਉਂ ਨਹੀਂ ਇਸ ਨੂੰ ਪੜ੍ਹ ਰਿਹਾ? ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਉਹਨਾਂ ਦੀ ਘਰ ਵਾਲੀ ਇਨਾਇਤਾ, ਜਦੋਂ ਪਤਾ ਲੱਗਾ ਨਾ ਉਹਦੇ ਇਸਲਾਮ ਧਰਮ ਦੇ ਕੁਝ ਵਿਦਵਾਨ, ਕੁਝ ਵੱਡੇ ਵੱਡੇ ਪ੍ਰਚਾਰਕ, ਚਿੱਤਰਕਾਰ ਹਜ਼ਰਤ ਮੁਹੰਮਦ ਸਾਹਿਬ ਦੀ ਤਸਵੀਰ ਤਿਆਰ ਕਰਨਾ ਚਾਹੁੰਦੇ ਨੇ, ਉਹਨੂੰ ਪੁੱਛਣ ਆਏ ਕਿ ਤੁਸੀਂ ਤਾਂ ਆਪਣੇ ਮਹਿਬੂਬ ਦੇ ਦਰਸ਼ਨ ਕੀਤੇ ਨੇ, ਤੁਸੀਂ ਤਾਂ ਜਾਣਦੇ ਹੋ ਕਿਵੇਂ ਦਾ, ਸਾਨੂੰ ਦੱਸੋ ਦੀ ਤਸਵੀਰ ਤਿਆਰ ਕਰਨਾ ਚਾਹੁੰਦੇ ਆ। ਤੇ ਉਹਦੀਆਂ ਅੱਖਾਂ 'ਚੋਂ ਪਾਣੀ ਆ ਗਿਆ। ਕਹਿੰਦੇ ਉਹਦੀਆਂ ਅੱਖਾਂ 'ਚੋਂ ਪਾਣੀ ਆਇਆ, ਕਿਉਂ? ਰੋਣ ਲੱਗੀ। ਤੇ ਬਣਾਉਣ ਵਾਲਿਆਂ ਨੇ ਪੁੱਛਿਆ ਤੁਹਾਡੀਆਂ ਅੱਖਾਂ 'ਚੋਂ ਪਾਣੀ ਕਿਉਂ ਆਇਆ, ਕਿ ਤੁਸੀਂ ਤਸਵੀਰ ਨਹੀਂ ਦੱਸਣਾ ਚਾਹੁੰਦੇ? ਕਹਿੰਦੀ ਮੈਨੂੰ ਦੁੱਖ ਇਸ ਗੱਲ ਦਾ ਹੈ, ਅੱਖਾਂ 'ਚੋਂ ਪਾਣੀ ਤਾਂ ਆਇਆ ਹੈ, ਹਜ਼ਰਤ ਮੁਹੰਮਦ ਸਾਹਿਬ ਨੂੰ ਲੱਗਦਾ ਅਜੇ ਤੱਕ ਤੁਸੀਂ ਦੇਖ ਨਹੀਂ ਪਾਏ। ਮੈਂ ਰੋਈ ਤਾਂ ਵਾਂ, ਜਿਹਨੂੰ ਤੁਸੀਂ ਵੇਖਣਾ ਸੀ ਉਹਨੂੰ ਤੁਸੀਂ ਵੇਖ ਨਹੀਂ ਪਾਏ। ਜੇ ਹਜ਼ਰਤ ਮੁਹੰਮਦ ਨੂੰ ਵੇਖਣਾ ਸੀ
ਤੇ ਉਹਦੇ ਕਰਮਾਂ ਨੂੰ ਵੇਖਣਾ ਸੀ, ਉਹਦੀ ਸੋਚ ਨੂੰ ਵੇਖਣਾ ਸੀ, ਉਹਦੀਆਂ ਵਿਚਾਰਾਂ ਨੂੰ ਵੇਖਣਾ ਸੀ। ਉਹਦੀ ਸੋਚ, ਉਹਦੇ ਕਰਮ ਤੇ ਉਹਦੀਆਂ ਵਿਚਾਰਾਂ ਤਸਵੀਰਾਂ ਵਿੱਚ ਨਹੀਂ ਹੈਗੀਆਂ, ਉਹਦੀਆਂ ਵਿਚਾਰਾਂ ਉਹਦੇ ਵਿੱਚ ਪਈਆਂ ਨੇ, ਜਿਹਨੂੰ ਦੁਨੀਆ ਸੰਸਾਰ ਮੰਨਣਾ ਚਾਹ ਰਿਹਾ, ਇਸਲਾਮ ਧਰਮ ਦੇ ਨੇ। ਉਹਦੀਆਂ ਵਿਚਾਰਾਂ, ਉਹਦੇ ਸ਼ੁਭ ਬਚਨ, ਉਹਦੀਆਂ ਗੱਲਾਂ, ਉਹਦੇ ਕਰਮ ਕੁਰਾਨ ਸ਼ਰੀਫ ਵਿੱਚ ਪਏ ਹੋਏ ਨੇ, ਤਸਵੀਰਾਂ ਵਿੱਚ ਨਹੀਂ। ਅੱਖਾਂ ਚੋਂ ਪਾਣੀ ਤਾਂ ਆ, ਅਜੇ ਤੱਕ ਤੁਸੀਂ ਮੁਹੰਮਦ ਸਾਹਿਬ ਨੂੰ, ਹਜ਼ਰਤ ਮੁਹੰਮਦ ਨੂੰ ਵੇਖ ਨਹੀਂ ਪਾਏ, ਜਿਹਨੂੰ ਜਿੱਥੋਂ ਤੁਸੀਂ ਵੇਖਣਾ ਸੀ। ਉਹਦੇ ਕਰਮ ਉੱਥੋਂ ਤੁਹਾਨੂੰ ਨਜ਼ਰ ਆਉਣੇ ਸਨ, ਉਹਦੇ ਗੁਣ ਤੁਸੀਂ ਉੱਥੋਂ ਵੇਖਣੇ ਸਨ। ਉਹ ਸੀ ਕੁਰਾਨ ਸ਼ਰੀਫ। ਤੁਸੀਂ ਉਹਨੂੰ ਬੰਦ ਕਰਕੇ ਤੁਸੀਂ ਬਾਹਰ ਦੀਆਂ ਤਸਵੀਰਾਂ ਤਿਆਰ ਕਰਨ ਦੀਆਂ ਯਤਨ ਕਰ ਰਹੇ ਹੋ। ਉਹਨਾਂ ਦਾ ਇਤਿਹਾਸ ਕਹਿੰਦਾ ਉਹਨਾਂ ਨੇ ਉੱਥੇ ਤਸਵੀਰ ਬਣਾਉਣੀ ਛੱਡ ਦਿੱਤੀ, ਨਹੀਂ ਬਣਾਈ। ਵਾਕਿਆ ਹੀ ਜਿੱਥੋਂ ਅਸੀਂ ਵੇਖਣਾ ਸੀ। ਅੱਜ ਸਿੱਖ ਵੀ ਗੁਰੂ ਨਾਨਕ ਦੀ ਨਵੀਂ ਤੋਂ ਨਵੀਂ ਤਸਵੀਰ ਲੈ ਕੇ ਆਉਂਦਾ ਹੈ, ਗੁਰੂ ਗੋਬਿੰਦ ਸਿੰਘ ਦੀ ਨਵੀਂ ਤੋਂ ਨਵੀਂ ਤਸਵੀਰ ਆਪਣੇ ਘਰ ਲੈ ਕੇ ਆਉਂਦਾ ਹੈ। ਉਹ ਪਿਆਰਿਆ, ਕਿੱਦਣ ਤੂੰ ਗੁਰੂ ਨਾਨਕ ਦੀ ਬਾਣੀ ਦੀ ਤਸਵੀਰ ਲੈ ਕੇ ਆਏਗਾ? ਗੁਰੂ ਨਾਨਕ ਦੀ ਸ਼ਬਦ ਦੀ ਤਸਵੀਰ ਆਪਣੇ ਘਰ ਕਿੱਦਣ ਲੈ ਕੇ ਆਏਗਾ? ਕਿੱਦਣ ਉਹ ਸ਼ਬਦ ਦੀ ਫੋਟੋ ਆਪਣੇ ਘਰ ਟੰਗੇਗਾ? ਜਿਹਨੂੰ ਪੜ੍ਹ ਕੇ ਪਤਾ ਲੱਗੇਗਾ ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਗੁਰੂ ਨਾਨਕ ਤੇਰੇ ਘਰ ਵਿੱਚ ਫੋਟੋਆਂ ਵਾਲੀਆਂ ਤਸਵੀਰਾਂ ਨਹੀਂ ਵੇਖਣਾ ਚਾਹੁੰਦਾ, ਸ਼ਬਦ ਦੀ ਤਸਵੀਰ ਵੇਖਣਾ ਚਾਹੁੰਦਾ ਹੈ, ਸ਼ਬਦ ਦੀ ਫੋਟੋ ਵੇਖਣਾ ਚਾਹੁੰਦਾ ਹੈ। ਜਿਸ ਸ਼ਬਦ ਨੂੰ ਤੂੰ ਪੜ੍ਹ ਕੇ, ਵੇਖ ਕੇ, ਸੁਣ ਕੇ ਆਪਣੀ ਜ਼ਿੰਦਗੀ ਵਿੱਚ ਉਹਨੂੰ ਕਮਾ ਸਕੇ। ਤਸਵੀਰ ਨੇ ਕਿਸੇ ਨੂੰ ਕੁਝ ਨਹੀਂ ਦੇਣਾ। ਅਖੀਰਲੀ ਗੱਲ ਕਹਿ ਕੇ ਮੈਂ ਸਮਾਪਤੀ ਕਰਦੇ ਹਾਂ। ਇੱਕ ਸ਼ਬਦ ਹੈ ਪਿਆਰਿਓ, ਜਦੋਂ ਅਸੀਂ ਸਫ਼ਰ ਕਰਦੇ ਹਾਂ ਨਾ, ਸਾਨੂੰ ਕਿਸੇ ਮੰਜ਼ਿਲ ਤੇ ਪਹੁੰਚਾਉਂਦਾ ਹੈ। ਸ਼ਬਦ ਹੀ ਹੈ। ਮੈਂ ਜੇ ਪੜ੍ਹਨਾ ਜਾਣਦਾ, ਮੈਂ ਕਿਸੇ ਕੋਲੋਂ ਪੁੱਛਿਆ ਨਹੀਂ, ਡਰਾਈਵਿੰਗ ਕਰਦਾ ਪਿਆ ਵਾਂ, ਗੱਡੀ ਚਲਾ ਰਿਹਾ ਵਾਂ, ਸਾਈਨ ਬੋਰਡ ਤੇ ਲਿਖਿਆ ਹੋਇਆ ਹੈ ਕਿ ਫਲਾਣੀ ਸ਼ਹਿਰ, ਫਲਾਣੀ ਥਾਂ ਇੰਨੇ ਕਿਲੋਮੀਟਰ ਤੇ ਇੰਨੇ ਕਿਲੋਮੀਟਰ ਸ਼ਹਿਰ ਹੈ। ਮੈਂ ਸਾਈਨ ਬੋਰਡ ਨੂੰ ਪੜ੍ਹ ਕੇ ਆਪਣੀ ਮੰਜ਼ਿਲ ਤੇ ਪਹੁੰਚ ਗਿਆ। ਉੱਥੇ ਲਿਖਿਆ ਕੀ ਹੋਇਆ ਸੀ? ਸ਼ਬਦ ਲਿਖਿਆ ਹੋਇਆ ਸੀ। ਜੇ ਸਾਈਨ ਬੋਰਡ ਤੇ ਨਾ ਲਿਖਿਆ ਹੋਇਆ, ਮੈਂ ਮੈਪ ਕੱਢ ਲੈਣਾ। ਮੈਪ ਤੇ ਕੀ ਹੈ? ਉੱਥੇ ਵੀ ਸ਼ਬਦ ਹੈ। ਉੱਥੋਂ ਵੀ ਸ਼ਬਦ ਵੇਖਿਆ, ਸਾਈਨ ਬੋਰਡ ਤੋਂ ਵੀ ਸ਼ਬਦ ਵੇਖਿਆ, ਤੇ ਮੈਂ ਆਪਣੀ ਮੰਜ਼ਿਲ ਬਾਰੇ ਜਾਣਕਾਰੀ ਲੈ ਲਈ। ਕੁਝ ਕੁ ਟਾਈਮ ਬਾਅਦ ਸਫ਼ਰ ਕਰਕੇ ਆਪਣੀ ਮੰਜ਼ਿਲ ਤੇ ਪਹੁੰਚ ਗਿਆ। ਜੇ ਇਹ ਸ਼ਬਦਾਂ ਦੀ ਕਾਢ ਨਾ ਹੁੰਦੀ, ਸ਼ਬਦ ਦਾ ਦਾਰਾ ਪਸਾਰਾ ਐਵੇਂ ਦਾ ਨਾ ਫੈਲਿਆ ਹੁੰਦਾ, ਤੇ ਮੇਰੀ ਮੰਜ਼ਿਲ ਦੂਰ ਹੋ ਜਾਣੀ ਸੀ। ਉਹ ਗੁਰੂ ਨਾਨਕ ਨੇ ਪਿਆਰਿਆ ਤੈਨੂੰ ਰੱਬ ਦੇ ਨੇੜੇ ਕਰਨ ਵਾਸਤੇ ਸ਼ਬਦ ਦਾ ਉਹ ਰਸਤਾ ਦਿੱਤਾ ਸੀ, ਜਿਹੜੇ ਸ਼ਬਦ ਨਾਲ ਸਾਂਝ ਪਾ ਕੇ ਤੂੰ ਗੁਰੂ ਨਾਨਕ ਦੇ ਘਰ ਨੂੰ ਆਪਣੀ ਜ਼ਿੰਦਗੀ ਵਿੱਚ ਵਸਾ ਕੇ, ਸ਼ਬਦ ਨੂੰ ਵਸਾ ਕੇ ਰੱਬ ਦੇ ਘਰ ਵਿੱਚ ਪ੍ਰਵਾਨ ਹੋਣਾ ਸੀ। ਰੱਬ ਦੇ ਘਰ ਦੀ ਪ੍ਰਵਾਨਤਾ ਤਾਂ ਮਿਲਣੀ ਸੀ ਕਿਉਂਕਿ ਗੁਰੂ ਨਾਨਕ ਨੇ ਤੇਰੇ ਸਾਹਮਣੇ ਉਹ ਸਾਈਨ ਬੋਰਡ ਵਾਂਗੂ ਇੱਕ ਸ਼ਬਦ ਰੱਖਿਆ। ਜਿਵੇਂ ਇੱਕ ਰਾਹਗੀਰ ਵਾਸਤੇ ਸ਼ਬਦ ਜ਼ਰੂਰੀ ਹੈ, ਉਹਦੇ ਵਾਸਤੇ ਸੁਣਨਾ ਵੀ ਜ਼ਰੂਰੀ ਹੈ, ਪੜ੍ਹਨਾ ਵੀ ਜ਼ਰੂਰੀ ਹੈ, ਤਾਂ ਉਹ ਮੰਜ਼ਿਲ ਤੇ ਪਹੁੰਚ ਸਕਦਾ। ਜੇ ਪੜ੍ਹੇਗਾ ਨਹੀਂ ਤੇ ਕਿਸੇ ਕੋਲ ਰਸਤਾ ਪੁੱਛ ਕੇ ਸੁਣ ਕੇ ਚਲਿਆ ਜਾਵੇਗਾ। ਇਸੇ ਤਰ੍ਹਾਂ ਗੁਰੂ ਨਾਨਕ ਨੇ ਕਿਹਾ, ਮੇਰਾ ਪਿਆਰਿਆ ਸਿੱਖਾ, ਜੇ ਸ਼ਬਦ ਨੂੰ ਤੂੰ ਪੜ੍ਹ ਨਾ ਸਕਿਆ, ਕਿਸੇ ਕੋਲ ਸੁਣ ਨਹੀਂ, ਕਿਉਂਕਿ ਇਸ ਸ਼ਬਦ ਦੇ ਵਿੱਚ ਤੇਰੀ ਮੰਜ਼ਿਲ ਛੁਪੀ ਪਈ ਹੈ। ਉਹ ਕਿਹੜੀ ਮੰਜ਼ਿਲ ਹੈ? ਰੱਬ ਦਾ ਘਰ ਹੈ, ਉਹ ਗੁਣਾਂ ਦਾ ਘਰ ਹੈ, ਜਿੱਥੇ ਤੂੰ ਪ੍ਰਵਾਨ ਹੋਣਾ ਹੈ, ਜਿੱਥੇ ਤੂੰ ਸਫਲਾ ਹੋਣਾ ਹੈ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਾ ਰਾਖ ਵਡਾਈ ਤੋਏ। ਜਿੱਥੇ ਪਰਮਾਤਮਾ ਦੀ ਕਿਰਤੀ ਹੁੰਦੀ, ਤੈਨੂੰ ਮੈਂ ਉੱਥੇ ਪਹੁੰਚਾਉਣਾ ਚਾਹਨਾ ਸਾਂ। ਪਰ ਪਿਆਰਿਓ, ਇਹ ਸ਼ਬਦ ਪੜ੍ਹਦਾ ਵੀ ਰਿਹਾ, ਸੁਣਦਾ ਵੀ ਰਿਹਾ, ਪਰ ਇਹ ਕਿਰੇ ਨਾ ਕਿਰੇ ਪੂਜਾ ਕਰਦਾ ਰਿਹਾ। ਉਸ ਰਸਤੇ ਤੇ ਚੱਲ ਨਹੀਂ ਪਾਇਆ। ਸੜਕ ਦੀ ਪੂਜਾ ਨਹੀਂ ਕਰਨੀ, ਸਾਈਨ ਬੋਰਡ ਦੀ ਪੂਜਾ ਨਹੀਂ ਕਰਨੀ, ਉਹ ਮੈਪ ਦੀ ਪੂਜਾ ਨਹੀਂ ਕਰਨੀ। ਉਹ ਮੈਪ ਕੋਲੋਂ ਗਿਆਨ ਲੈਣਾ ਹੈ, ਸਾਈਨ ਬੋਰਡ ਕੋਲੋਂ ਸਿੱਖਣਾ ਹੈ ਕਿ ਮੇਰੀ ਮੰਜ਼ਿਲ ਕਿੰਨੀ ਕੁ ਦੂਰ ਹੈ। ਬਸ ਇਹੀ ਸ਼ਬਦ ਮੈਨੂੰ ਦੱਸਦਾ ਪਿਆ ਹੈ ਮੇਰੀ ਜ਼ਿੰਦਗੀ ਵਿੱਚ ਕਿੰਨਾ ਕੁ ਉਤਰਾਵ ਹੈ, ਕਿੰਨਾ ਕੁ ਚੜਾਵ ਹੈ, ਕਿੰਨੀ ਕੁ ਗੁਰੂ ਤੋਂ ਦੂਰੀ ਪਈ ਤੇ ਕਿੰਨੀ ਕੁ ਨੇੜਤਾ ਬਣੀ ਹੈ। ਇਹੀ ਮੈਨੂੰ ਸ਼ਬਦ ਅੱਜ ਤੱਕ ਸਿਖਾਉਂਦਾ ਆਇਆ ਹੈ ਤੇ ਸ਼ਬਦ ਤੋਂ ਮੈਂ ਸਿੱਖਣਾ ਹੈ। ਆ ਪਿਆਰਿਆ, ਜਦੋਂ ਕੋਈ ਤੈਨੂੰ ਗੁਰੂ ਨਾਨਕ ਬਾਰੇ ਪੁੱਛਦਾ ਹੈ ਨਾ, ਉਦੋਂ ਤੂੰ
ਤਸਵੀਰਾਂ ਵੱਲ ਇਸ਼ਾਰੇ ਨਾ ਕਰਿਆ ਕਰ, ਗੁਰਬਾਣੀ ਵੱਲ ਇਸ਼ਾਰਾ ਕਰਿਆ ਕਰ। ਕਿਉਂਕਿ ਦੱਸ ਦਿਆ ਕਰ, ਇੱਥੇ ਮੇਰੇ ਗੁਰੂ ਨਾਨਕ ਨੇ ਲਿਖਿਆ ਇੱਕ ਓੰਕਾਰ। ਇੱਥੇ ਗੁਰੂ ਨਾਨਕ ਨੇ ਲਿਖ ਲਿਆ ਤੁਧ ਬਿਨ ਦੂਜਾ ਨਾਹੀ ਕੋਏ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਫਰਮਾਨ ਕਿ ਜਿਹੜੀ ਘਰ ਦੀ ਆਵਾਜ਼ ਨਿਕਲੀ ਸੀ, ਜਿੱਥੇ ਗੁਰੂ ਨਾਨਕ ਨੇ ਕਿਹਾ ਕਿ ਹੈ ਪਿਆਰਿਆ ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹੜੀ ਚੀਜ਼ ਨਾ ਵਿਸਰਨ ਵਾਲੀ ਸੀ ਉਹ ਗੁਰਬਾਣੀ ਦੀ ਦਾਤ ਤੇਰੀ ਝੋਲੀ ਵਿੱਚ ਪਾਈ। ਆ ਸ਼ਬਦ ਵੱਲ ਇਸ਼ਾਰਾ ਕਰ। ਇਸਲਾਮ ਧਰਮ ਦੀ ਤਰੱਕੀ ਤਾਂ ਹੀ ਹੋ ਰਹੀ ਹੈ, ਉਹ ਦੇਹਾਂ ਨਾਲ ਨਹੀਂ ਜੁੜਿਆ, ਉਹ ਹਜ਼ਰਤ ਦੀਆਂ ਤਸਵੀਰਾਂ ਨਾਲ ਨਹੀਂ ਜੁੜਿਆ, ਉਹ ਕੁਰਾਨ ਸ਼ਰੀਫ ਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਦਾ ਰਸਤਾ ਤੈਅ ਕਰਕੇ ਆਪਣੀ ਜ਼ਿੰਦਗੀ ਦੀ ਮੰਜ਼ਿਲ ਮਿੱਥ ਕੇ ਆਰੰਭ ਕਰ ਦਿੱਤੀ। ਜਿੱਦਣ ਸਿੱਖ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ, ਇਹਦੇ ਤੋਂ ਗਿਆਨ ਲੈ ਕੇ, ਸ਼ਬਦ ਤੋਂ ਸਿੱਖਿਆ ਲੈ ਕੇ ਰਸਤਾ ਤੈਅ ਕਰੇਗਾ, ਸਹਿਜੇ ਤੌਰ ਤੇ ਕਰਤੇ ਦੀ ਪ੍ਰਮਾਤਮਾ ਦੀ ਖੁਸ਼ੀ ਪ੍ਰਾਪਤ ਕਰ ਸਕੇਗਾ। ਇੰਨੀਆਂ ਕੋ ਵਿਚਾਰਾਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਣਗੀਆਂ। ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਬਖਸ਼ਤਾ ਪਰਵਾਨੋ ਜੀ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।